Dear student, today we are going to discuss a new article, motion of a charged particle in a uniform electric field. ਅਸੀਂ ਦੋ ਆਰਟੀਕਲ ਅਸੀਂ ਸਟੱਡੀ ਕਰਾਂਗੇ। ਇੱਕ ਪਹਿਲਾ ਆਰਟੀਕਲ ਹੈ ਕਿ ਜਦੋਂ ਵੀ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਵਿੱਚ ਐਂਟਰ ਕਰਦਾ ਹੈ ਉਹਦੀ ਮੋਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ। ਇਸ ਤੋਂ ਬਾਅਦ ਅਸੀਂ ਜਿਹੜਾ ਨੈਕਸਟ ਆਰਟੀਕਲ ਆਪਾਂ ਸਟੱਡੀ ਕਰਨਾ ਹੈ ਕਿ ਜਦੋਂ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਅੰਦਰ ਐਂਟਰ ਕਰਦਾ ਹੈ ਉਹਦੀ ਮੋਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ। ਅੱਜ ਅਸੀਂ ਸਿਰਫ ਤੇ ਸਿਰਫ motion of a charged particle in uniform electric field ਉਹਨੂੰ ਅਸੀਂ ਜਿਹੜਾ ਡਿਸਕਸ ਕਰਨ ਜਾ ਰਹੇ ਹਾਂ। ਮੰਨ ਲਓ ਕਿ ਸਾਡੇ ਕੋਲ ਦੋ ਮੈਟਲ ਦੀਆਂ ਪਲੇਟਸ ਨੇ ਜਿਹੜੀਆਂ ਇੱਕ ਦੂਸਰੇ ਦੇ ਪੈਰਲਲ ਪਈਆਂ ਨੇ ਲਾਈਕ ਦਿਸ। ਜਿਸ ਤਰ੍ਹਾਂ ਸਾਡੇ ਕੋਲ ਕੈਪੈਸੀਟਰ ਬਾਰੇ ਆਪਾਂ ਪੜਿਆ, ਕੈਪੈਸਿਟਰ ਦੀਆਂ ਦੋ ਪਲੇਟਸ ਹੁੰਦੀਆਂ ਨੇ, ਦੋਨੋਂ ਇੱਕ ਦੂਸਰੇ ਦੇ ਪੈਰਲਲ ਹੁੰਦੀਆਂ ਨੇ। ਇਹ ਸਾਡੇ ਕੋਲ ਇੱਕ ਕਿਸਮ ਦਾ ਕੈਪੈਸਿਟਰ ਹੈ। These are the two metal plates and they are placed parallel to each other। ਜਿਹੜੀ ਲੋਅਰ ਪਲੇਟ ਹੈ ਇਹਦੇ ਉੱਪਰ ਪੋਜ਼ਿਟਿਵ ਚਾਰਜ ਤੇ ਜਿਹੜੀ ਅਪਰ ਪਲੇਟ ਹੈ ਇਹਦੇ ਉੱਪਰ ਅਸੀਂ ਜਿਹੜਾ ਹੈ ਉਹਨਾਂ ਹੀ ਨੈਗੇਟਿਵ ਚਾਰਜ ਦਿੱਤਾ ਹੈ, ਕਿਉਂਕਿ ਕੈਪੈਸਿਟਰ ਦੇ ਉੱਤੇ ਜਿਹੜਾ ਹੈ ਨੈਟ ਚਾਰਜ ਕਿੰਨਾ ਹੁੰਦਾ ਹੈ, 0। ਨਾਓ what will be the direction of electric field? ਜਦੋਂ ਇੱਕ ਪਲੇਟ ਉੱਪਰ ਪੋਜ਼ਿਟਿਵ ਚਾਰਜ ਹੈ ਦੂਜੇ ਉੱਪਰ ਨੈਗੇਟਿਵ ਹੈ ਤੇ ਇਹਦਾ ਮਤਲਬ ਇਲੈਕਟ੍ਰਿਕ ਫੀਲਡ ਤੇ ਪੈਦਾ ਹੋਣਾ ਹੈ। ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹਮੇਸ਼ਾ ਕਿੱਧਰ ਹੁੰਦੀ ਹੈ, ਪੋਜ਼ਿਟਿਵ ਚਾਰਜ ਟੂ ਨੈਗੇਟਿਵ ਵਾਲੇ ਪਾਸੇ। ਤੇ ਇਹ ਸਾਡੀ ਜਿਹੜੀ ਹੈ ਇਲੈਕਟ੍ਰਿਕ ਫੀਲਡ ਦੀ ਅਸੀਂ ਡਾਇਰੈਕਸ਼ਨ ਸ਼ੋ ਕੀਤੀ ਹੈ। ਤੇ ਇਲੈਕਟ੍ਰਿਕ ਫੀਲਡ ਕੈਪੈਸਿਟਰ ਦੇ ਅੰਦਰ ਉਹ ਸਾਡਾ ਹੁੰਦਾ ਹੈ ਯੂਨੀਫਾਰਮ। ਤੇ ਇਹ ਅਸੀਂ ਸ਼ੋ ਕੀਤਾ ਵਿਦ ਦਾ ਹੈਲਪ ਆਫ ਅ ਪੈਰਲਲ ਲਾਈਨਸ ਇਕੁਅਲੀ ਸਪੇਸਡ ਇਨ ਦਾ ਸੇਮ ਡਾਇਰੈਕਸ਼ਨ। ਇਹ ਸਾਡਾ ਬੇਟਾ ਇਲੈਕਟ੍ਰਿਕ ਫੀਲਡ ਹੈ, ਮੈਂ ਆ ਲਿਖਿਆ E। ਨਾਓ ਇਲੈਕਟ੍ਰਿਕ ਫੀਲਡ ਇਜ਼ ਅਲੋਂਗ y axis। ਅਸੀਂ y axis ਵਾਲੇ ਪਾਸੇ ਇਲੈਕਟ੍ਰਿਕ ਫੀਲਡ ਨੂੰ ਅਸੀਂ ਸ਼ੋ ਕਰ ਦਿੱਤਾ। ਨਾਓ here is a point O। ਇਹ ਪੁਆਇੰਟ O ਹੈ ਜਿੱਥੋਂ ਇੱਕ ਚਾਰਜ ਪਾਰਟੀਕਲ, ਕਿਹੜਾ ਚਾਰਜ ਹੈ, ਪਲੱਸ Q, ਇਸ ਚਾਰਜ ਪਾਰਟੀਕਲ ਨੂੰ, ਪੋਜ਼ਿਟਿਵ ਚਾਰਜ ਨੂੰ ਇਲੈਕਟ੍ਰਿਕ ਫੀਲਡ ਦੇ ਬਿਲਕੁਲ ਪਰਪੈਂਡੀਕੁਲਰ, ਦੇਖੋ ਇਲੈਕਟ੍ਰਿਕ ਫੀਲਡ ਇਜ਼ ਅਲੋਂਗ y axis ਤੇ ਚਾਰਜ ਪਾਰਟੀਕਲ ਨੂੰ ਮੈਂ x axis ਦੇ ਅਲੋਂਗ ਫਾਇਰ ਕਰਤਾ। ਕਹਿਣ ਦਾ ਮਤਲਬ ਇੱਕ ਚਾਰਜ ਪਾਰਟੀਕਲ ਹੈ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੁਲਰ ਜਿਹੜਾ ਹੈ ਅਸੀਂ ਐਂਟਰ ਕਰਵਾਇਆ ਹੈ। ਇਹ ਪੂਰਾ ਆਰਟੀਕਲ ਦੇ ਵਿੱਚ ਧਿਆਨ ਰੱਖਣਾ ਹੈ ਕਿ ਮੈਂ ਚਾਰਜ ਪਾਰਟੀਕਲ ਨੂੰ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੁਲਰ ਐਂਟਰ ਕਰਵਾਇਆ ਹੈ। ਜੋ ਰਿਜ਼ਲਟ ਆਏਗਾ ਉਹ ਰਿਜ਼ਲਟ ਜਿਹੜਾ ਹੈ ਸਿਰਫ ਪਰਪੈਂਡੀਕੁਲਰ ਟੂ ਦਾ ਇਲੈਕਟ੍ਰਿਕ ਫੀਲਡ ਦੇ ਲਈ ਹੀ ਐਪਲੀਕੇਬਲ ਹੋਣਾ, ਜੇ ਧਿਆਨ ਰੱਖਣਾ ਹੈ। ਨਾਓ ਅ ਚਾਰਜ ਪਾਰਟੀਕਲ ਪੋਜ਼ਿਟਿਵ, it entered in the electric field in a direction perpendicular to the electric field। ਜਦੋਂ ਚਾਰਜ ਪਾਰਟੀਕਲ ਇਹਦੇ ਅੰਦਰ ਐਂਟਰ ਕੀਤਾ, ਮੰਨ ਲਓ ਉਹਦੀ ਵੈਲੋਸਿਟੀ ਸੀਗੀ u, ਇਨੀਸ਼ੀਅਲ ਵੈਲੋਸਿਟੀ ਆਫ ਚਾਰਜ ਪਾਰਟੀਕਲ ਜਿਹੜੀ ਅਸੀਂ ਨੂੰ ਪ੍ਰੋਵਾਈਡ ਕੀਤੀ ਕਿ ਇਲੈਕਟ੍ਰਿਕ ਫੀਲਡ ਅੰਦਰ ਐਂਟਰ ਕਰਵਾਤਾ, ਉਹ ਵੈਲੋਸਿਟੀ ਕਾਹਦੇ ਨਾਲ ਕੀਤਾ ਸੀ, u ਦੇ ਨਾਲ ਅਸੀਂ ਇਹਨੂੰ ਐਂਟਰ ਕਰਵਾਇਆ। ਨਾਓ ਜਦੋਂ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਅੰਦਰ ਐਂਟਰ ਕਰੇਗਾ ਤੇ ਸਾਨੂੰ ਪਤਾ ਹੈ ਇਲੈਕਟ੍ਰਿਕ ਫੀਲਡ ਕਰਕੇ ਚਾਰਜ ਪਾਰਟੀਕਲ ਦੇ ਉੱਤੇ ਜਿਹੜੀ ਹੈ ਫੋਰਸ ਐਕਟ ਕਰੇਗੀ। ਫੋਰਸ ਦਾ ਫਾਰਮੂਲਾ QE। when the charge particle enter in the electric field, the charge particle will experience a force given by QE। ਤੇ ਪੋਜ਼ਿਟਿਵ ਚਾਰਜ ਹੈ ਤੇ ਅਸੀਂ ਪਹਿਲਾਂ ਸਾਰਾ ਸਟੱਡੀ ਕੀਤਾ ਹੈ ਪਹਿਲੇ ਯੂਨਿਟ ਦੇ ਵਿੱਚ ਕਿ ਪੋਜ਼ਿਟਿਵ ਚਾਰਜ ਹਮੇਸ਼ਾ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਵਾਲੇ ਪਾਸੇ ਹੀ ਮੂਵ ਕਰਦਾ ਹੈ। ਜੇ ਇਲੈਕਟ੍ਰਿਕ ਫੀਲਡ ਤੁਹਾਡਾ ਉੱਪਰ ਨੂੰ ਹੈ ਤੇ ਹੋਏਗਾ ਕਿ ਚਾਰਜ ਪਾਰਟੀਕਲ ਨੇ ਥੋੜਾ ਦੇਖੋ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਣਾ। ਦੇਖੋ ਅਸੀਂ ਤੇ ਬਿਲਕੁਲ ਸਿੱਧਾ ਭੇਜਿਆ ਸੀ, ਮੰਨ ਲਓ ਇਹ ਇਲੈਕਟ੍ਰਿਕ ਫੀਲਡ ਨਹੀਂ ਹੈ ਪਲੇਟ ਦੇ ਉੱਤੇ,
कोई चार्ज नहीं है, आ इलेक्ट्रिक फील्ड नहीं है, फिर चार्ज पार्टिकल सीधा जाके एक्स पॉइंट ऊपर स्ट्राइक करेगा। बट ड्यू टू इलेक्ट्रिक फील्ड ऊपर ਨੂੰ है ਤੇ चार्ज पार्टिकल पॉजिटिव है, इट विल मूव्स इन द डायरेक्शन ऑफ इलेक्ट्रिक फील्ड आल्सो। ਤੇ ਹੋਏਗਾ ਕਿ ਇਸ ਤਰ੍ਹਾਂ ਉੱਪਰ ਜਾਂਦਾ ਜਾਂਦਾ ਤੇ ਚਾਰਜ ਪਾਰਟੀਕਲ ਜਿਹੜਾ ਹੈ ਸਾਡੀ ਸਕਰੀਨ ਦੇ ਉੱਪਰ, ਇਹ ਸਾਡੀ ਸਕਰੀਨ ਹੈ, ਇੱਥੇ ਜਾ ਕੇ ਚਾਰਜ ਪਾਰਟੀਕਲ ਕਿਹੜੇ ਪੁਆਇੰਟ ਦੇ ਉੱਤੇ ਜਾ ਕੇ ਸਟ੍ਰਾਈਕ ਕਰੇਗਾ, ਐਟ ਪੁਆਇੰਟ P, ਇੱਥੇ ਜਾ ਕੇ ਚਾਰਜ ਪਾਰਟੀਕਲ ਨੇ ਸਟ੍ਰਾਈਕ ਕਰਨਾ ਹੈ। ਇਟ ਮੀਨਸ ਜਦੋਂ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਐਂਟਰ ਕੀਤਾ, ਇੱਕ ਤੇ ਅੱਗੇ ਜਾਏਗਾ ਹੋਰੀਜ਼ੋਨਟਲ, ਨਾਲ ਦੇ ਨਾਲ ਉੱਪਰ ਨੂੰ ਹੁੰਦਾ ਜਾਏਗਾ। ਤੇ ਇੱਕ ਚੀਜ਼ ਜਿਹੜੀ ਤੁਸੀਂ ਯਾਦ ਰੱਖਣੀ ਹੈ ਕਿ ਜਿੰਨਾ ਚਿਰ ਚਾਰਜ ਪਾਰਟੀਕਲ ਤੁਹਾਡਾ ਇਲੈਕਟ੍ਰਿਕ ਫੀਲਡ ਦੇ ਅੰਡਰ ਹੈ ਤੇ ਆਹ ਵਾਲਾ ਜਿਹੜਾ ਪਾਥ ਹੈ ਇਹ ਬਿਲਕੁਲ ਅਸੀਂ ਕਰਵ ਸ਼ੋ ਕਰਨਾ ਹੈ, ਪੈਰਾਬੋਲਾ ਜਿਹਨੂੰ ਬੋਲਦੇ ਆ। ਇਹ ਹਿੱਸਾ ਸਾਡਾ ਕਰਵ ਹੋਏਗਾ ਕਿਉਂਕਿ ਉਹਨੇ ਉੱਪਰ ਨੂੰ ਮੁੜਨਾ ਹੈ ਡਿਊ ਟੂ ਇਲੈਕਟ੍ਰਿਕ ਫੀਲਡ। ਤੇ ਜਿਉਂ ਹੀ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਤੋਂ ਬਾਹਰ ਆ ਗਿਆ, ਕਿਉਂਕਿ ਇਲੈਕਟ੍ਰਿਕ ਫੀਲਡ ਤਾਂ ਸਿਰਫ ਇੱਥੋਂ ਤੱਕ ਲੱਗਾ ਹੈ, ਜਦੋਂ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਤੋਂ ਬਾਹਰ ਆਏਗਾ ਫਿਰ ਆਹ ਵਾਲਾ ਜਿਹੜਾ ਪਾਥ ਹੈ ਉਹ ਸਾਡਾ ਸਟ੍ਰੇਟ ਹੋ ਜਾਏਗਾ। ਇਹ ਹਿੱਸਾ ਕਰਵ, ਇਲੈਕਟ੍ਰਿਕ ਫੀਲਡ ਦੇ ਅੰਡਰ ਕਰਵ, ਤੇ ਬਾਅਦ ਵਿੱਚੋਂ ਜਾ ਕੇ ਉਹ ਜਿਹੜਾ ਹਿੱਸਾ ਹੈ ਸਟ੍ਰੇਟ ਹੋ ਜਾਏਗਾ। ਤੇ ਗ੍ਰਾਫ ਬਣਾਉਣ ਦੇ ਧਿਆਨ ਰੱਖਣਾ ਹੈ, ਪਹਿਲਾਂ ਗੁਲਾਈਟ, ਬਾਅਦ ਚੋਂ ਇੱਕਦਮ ਤੁਸੀਂ ਜਿਹੜਾ ਉਹਨੂੰ ਸਿੱਧਾ ਕਰਨਾ ਜੇ। ਇਹ ਚੀਜ਼ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ। ਨਾਓ ਮੈਂ ਫਿਰ ਦੱਸ ਦੇਵਾਂ, ਮੈਂ ਚਾਰਜ ਪਾਰਟੀਕਲ ਨੂੰ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਐਂਟਰ ਕਰਵਾਇਆ ਤੇ ਸਾਡਾ ਪਾਥ ਕਿਸ ਤਰ੍ਹਾਂ ਦਾ ਆਇਆ, ਸਾਡਾ ਕਰਵਡ ਪਾਥ ਆਇਆ, ਪੈਰਾਬੋਲਾ ਜਿਹੜਾ ਹੈ ਸਾਡਾ ਉਹ ਪਾਥ ਆਏਗਾ। ਨਾਓ ਆਓ ਇਸ ਆਰਟੀਕਲ ਨੂੰ ਅਸੀਂ ਹੁਣ ਮੈਥਮੈਟਿਕਲੀ ਜਿਹੜਾ ਪੂਰਾ ਪ੍ਰੂਵ ਕਰਦੇ ਹਾਂ। ਫਸਟ ਆਫ ਆਲ ਅਸੀਂ ਮੋਸ਼ਨ ਸਟੱਡੀ ਕਰਾਂਗੇ ਅਲੋਂਗ ਐਕਸ ਐਕਸਿਸ, ਮੋਸ਼ਨ along x axis। ਬੇਟਾ ਇੱਕ +1 ਦੇ ਵਿੱਚ ਅਸੀਂ ਪੈਰਾਬੋਲਾ ਪ੍ਰੋਜੈਕਟਾਈਲ ਵਾਲਾ ਆਰਟੀਕਲ ਸਟੱਡੀ ਕੀਤਾ ਸੀ, ਤੁਹਾਨੂੰ ਯਾਦ ਹੋਏਗਾ। ਇਹ ਸੇਮ ਉਸੇ ਤਰੀਕੇ ਦੇ ਨਾਲ ਹੀ ਅਸੀਂ ਇਹਨੂੰ ਪ੍ਰੂਵ ਕਰਨਾ ਹੈ। ਪਹਿਲਾਂ ਸਟੱਡੀ ਕਰਾਂਗੇ ਮੋਸ਼ਨ ਅਲੋਂਗ x axis। ਨਾਓ ਪਲੀਜ਼ ਟੈਲ what is ux। u मैंने इनिशियल वेलोसिटी अलोंग x एक्सिस। ਅਸੀਂ ਚਾਰਜ ਪਾਰਟੀਕਲ ਨੂੰ ਕਿੱਧਰ ਨੂੰ ਫਾਇਰ ਕੀਤਾ ਹੈ, ਅਲੋਂਗ x एक्सिस। ਇਹ ਸਾਰੀ ਵੈਲੋਸਿਟੀ ਕਿੱਧਰ ਨੂੰ ਦਿੱਤੀ ਹੈ, ਅਲੋਂਗ x एक्सिस। ਇਹਦਾ ਮਤਲਬ ਸਾਡੀ ਇਨੀਸ਼ੀਅਲ ਵੈਲੋਸਿਟੀ ਅਲੋਂਗ x एक्सिस ਕਿੰਨੀ ਹੈ, that is equal to u। ਅਸੀਂ ਤੇ ਇਧਰ ਨੂੰ ਫਾਇਰ ਹੀ ਨਹੀਂ ਕੀਤਾ, ਅਸੀਂ ਸਾਰਾ ਹੀ ਚਾਰਜ ਪਾਰਟੀਕਲ ਨੂੰ x ਦੇ ਅਲੋਂਗ ਫਾਇਰ ਕੀਤਾ ਹੈ। ux ਦੀ ਵੈਲਿਊ ਸਾਡੇ ਕੋਲ ਆ ਗਈ u। Now, what is the value of Ex, electric field along x axis? बेटा ध्यान ਨਾਲ देखो, इलेक्ट्रिक फील्ड ਤੇ ਸਾਡਾ ਕਿਹਦੇ along ਹੈ, y axis ਵਾਲੇ ਪਾਸੇ ਹੈ। ਅਸੀਂ ਗੱਲ ਕਰ ਰਹੇ ਹਾਂ x axis ਵਾਲੇ ਪਾਸੇ, ਤੇ x axis ਵਾਲੇ ਪਾਸੇ ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ ਕਿੰਨਾ ਹੋਏਗਾ, 0, ਕਿਉਂਕਿ ਇਲੈਕਟ੍ਰਿਕ ਫੀਲਡ ਸਾਰਾ ਹੀ ਸਾਡਾ y ਦੇ along ਹੈ, ਉਹਦਾ ਪਰਪੈਂਡੀਕੂਲਰ ਕੰਪੋਨੈਂਟ ਜਿਹੜਾ along x axis ਕਿੰਨਾ ਆਇਆ, 0। Now force on charge particle along x axis, force ਦਾ ਫਾਰਮੂਲਾ ਕੀ ਹੁੰਦਾ ਹੈ, QE, ਤੇ E ਦੇ ਨਾਲ ਵੀ ਸਾਨੂੰ x ਪਾਣਾ ਪਏਗਾ। ਬਟ EX ਕਿੰਨਾ ਹੈ, ਜੇ ਇਲੈਕਟ੍ਰਿਕ ਫੀਲਡ ਹੀ ਨਹੀਂ ਹੈ, ਇੱਥੇ ਅਸੀਂ 0 ਪੁੱਟ ਕਰਾਂਗੇ ਤੇ ਦੱਸੋ ਸੋਚ ਕੇ ਤੁਹਾਡੀ ਫੋਰਸ ਅਲੋਂਗ x ਐਕਸਿਸ ਕਿੰਨੀ ਆਏਗੀ, 0। ਇਸ ਚਾਰਜ ਪਾਰਟੀਕਲ ਦੇ ਉੱਤੇ x ਐਕਸਿਸ ਦੇ ਅਲੋਂਗ ਬਿਲਕੁਲ ਵੀ ਫੋਰਸ ਜਿਹੜੀ ਹੈ ਨਹੀਂ ਐਕਟ ਕਰੇਗੀ। ਨਾਓ Fx ਸਾਡਾ ਕਿੰਨਾ ਆ ਗਿਆ, 0। ਬਟ Fx ਦਾ ਫਾਰਮੂਲਾ ਨਿਊਟਨ ਦੇ ਲਾਅ ਦੇ ਅਕੋਰਡਿੰਗ F ma, x ਇਸ ਕਰਕੇ ਪਾ ਰਹੇ ਹਾਂ ਕਿਉਂਕਿ x ਐਕਸਿਸ ਬਾਰੇ ਗੱਲ ਕਰ ਰਹੇ ਹਾਂ। ਨਾਓ Fx ma, ਬਟ Fx ਕਿੰਨਾ ਹੈ, 0। ਇਹਦਾ ਮਤਲਬ 0 max। this imply ਸਾਡਾ ax ਕਿੰਨਾ ਆਏਗਾ, 0। it means acceleration along x axis ਸਾਡੀ ਕਿੰਨੀ ਆਏਗੀ, 0 ਆਏਗੀ। ਯਾਦ ਰੱਖਣਾ ਹੈ, ਚਾਰਜ ਪਾਰਟੀਕਲ ਨੂੰ ਇਲੈਕਟ੍ਰਿਕ ਫੀਲਡ ਦੇ
ਅਸੀਂ ਪਰਪੈਂਡੀਕੂਲਰ ਮੂਵ ਕਰਾ ਰਹੇ ਹਾਂ ਤੇ ਵੈਲੋਸਿਟੀ u ਇਲੈਕਟ੍ਰਿਕ ਫੀਲਡ ਇਧਰ ਨੂੰ ਹੈ ਹੀ ਨਹੀਂ x ਐਕਸਿਸ ਦੇ ਅਲੋਂਗ, ਉਹ y ਦੇ ਅਲੋਂਗ ਹੈ। ਤੇ ਜੇ ਇਲੈਕਟ੍ਰਿਕ ਫੀਲਡ ਨਹੀਂ ਹੈ ਤੇ ਫੋਰਸ ਐਕਟ ਨਹੀਂ ਹੋਏਗੀ, ਕਿੱਧਰ ਨੂੰ ਨਹੀਂ ਹੋਏਗੀ, x ਐਕਸਿਸ ਅਲੋਂਗ। ਤੇ ਜੇ ਫੋਰਸ ਨਹੀਂ ਹੈ ਤੇ ਸਾਡੀ ਐਕਸਲਰੇਸ਼ਨ ਵੀ ਕਿੰਨੀ ਹੋਏਗੀ, 0 ਹੋਏਗੀ। ਨਾਓ ਆਈ ਥਿੰਕ ਇਹ ਤੁਹਾਨੂੰ ਇਹ ਤੁਸੀਂ ਨੋਟ ਕਰ ਲਿਆ। ਨਾਓ v is equal to u plus at, ਇਹਦੇ ਬਾਰੇ ਤੁਸੀਂ ਆਲਰੇਡੀ ਜਿਹੜਾ ਹੈ ਡਿਸਕਸ ਕੀਤਾ ਹੈ, ਫਾਰਮੂਲਾ ਪੜਿਆ +1 ਦੇ ਵਿੱਚ, v u plus at। ਤੇ ਇਹਦੇ ਪੈਰ 'ਚ ਅਸੀਂ x ਪਾਵਾਂਗੇ, ਇੱਥੇ ਵੀ x ਪਾਵਾਂਗੇ, a ਦੇ ਪੈਰ ਵਿੱਚ ਵੀ ਅਸੀਂ x ਪਾਉਂਦੇ ਆ ਕਿਉਂਕਿ ਮੋਸ਼ਨ ਅਲੋਂਗ x ਐਕਸਿਸ ਹੈ। ਨਾਓ vx is equal to ux plus 0, ਕਿਉਂਕਿ ਐਕਸਲਰੇਸ਼ਨ 0 ਹੋਣ ਕਰਕੇ ਸਾਡੇ ਕੋਲ ਇੱਥੇ 0 ਹੋ ਗਿਆ। ਨਾਓ vx is equal to u, vx ਕਿਹਦੇ ਕੋਲ ਆਇਆ, ਸਾਡੇ ਕੋਲ u ਦੇ ਇਕੁਅਲ ਆਇਆ। ਜੇ ਇਨੀਸ਼ੀਅਲ ਵੈਲੋਸਿਟੀ u ਹੈ ਤੇ ਫਾਈਨਲ ਵੈਲੋਸਿਟੀ ਵੀ ਸਾਡੀ u ਹੀ ਰਹੇਗੀ ਕਿਉਂਕਿ ਸਾਡੀ ਐਕਸਲਰੇਸ਼ਨ ਹੀ ਨਹੀਂ ਹੋਈ, ਚਾਰਜ ਉੱਤੇ ਫੋਰਸ ਹੀ ਨਹੀਂ ਲੱਗੀ। ਕਿਹੜੇ ਪਾਸੇ ਚਾਰਜ ਉੱਪਰ ਫੋਰਸ ਨਹੀਂ ਲੱਗੀ, ਅਲੋਂਗ x ਐਕਸਿਸ। ਕਿਉਂ ਨਹੀਂ ਲੱਗੀ, ਕਿਉਂਕਿ ਇਧਰ ਨੂੰ ਇਲੈਕਟ੍ਰਿਕ ਫੀਲਡ ਹੀ ਨਹੀਂ ਹੈ। ਇਹਦਾ ਮਤਲਬ ਇਹ ਜਿਹੜੀ ਮੋਸ਼ਨ ਹੈ, therefore motion along x axis is uniform। ਇਹ ਮੋਸ਼ਨ ਯੂਨੀਫਾਰਮ ਹੈ, ਜਿੰਨੀ ਵੈਲੋਸਿਟੀ ਨਾਲ ਐਂਟਰ ਕੀਤਾ ਓਨੀ ਵੈਲੋਸਿਟੀ ਦੇ ਨਾਲ ਹੀ ਜਾਏਗਾ, ਉਹਦੀ ਵੈਲੋਸਿਟੀ ਵਿੱਚ ਚੇਂਜ ਨਹੀਂ ਆਏਗੀ ਬਿਕੋਜ਼ ਇਧਰਲੇ ਪਾਸੇ ਫੋਰਸ ਹੀ ਨਹੀਂ ਐਕਟ ਹੋਈ। ਇੱਥੋਂ ਤੱਕ ਤੁਹਾਨੂੰ ਕਲੀਅਰ। ਆਲਸੋ ਵੀ ਹੈਵ, ਅਸੀਂ ਬੇਟਾ ਇੱਕ ਫਾਰਮੂਲਾ ਪੜਿਆ ਸੀ, S is equal to ut plus half at square। S is equal to ut plus half at square ਤੇ x ਕਰਕੇ ਥੱਲੇ x ਆਏਗਾ, ਇੱਥੇ ਵੀ ਸਾਡੇ ਕੋਲ ਜਿਹੜਾ ਹੈ ਨੀਚੇ x ਲਿਖਾਂਗੇ ਆਪਾਂ। ਨਾਓ what is S? distance। ਜਿੰਨਾ ਚਿਰ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਅੰਡਰ ਹੈ, ਕਿੰਨਾ ਡਿਸਟੈਂਸ ਕਵਰ ਕਰੇਗਾ, x। ਇਹਦਾ ਮਤਲਬ S ਦੀ ਜਗ੍ਹਾ ਤੇ ਆ ਗਿਆ x, u ਦੀ ਜਗ੍ਹਾ ਤੇ ux ਦੀ ਜਗ੍ਹਾ ਤੇ u, ਅੱਗੇ ਆ ਗਿਆ t plus 0। 0 ਕਿਉਂ, ਕਿਉਂਕਿ ਸਾਡੀ ਐਕਸਲਰੇਸ਼ਨ ਜਿਹੜੀ ਹੈ ਉਹ 0 ਹੈ along x axis, ਕੋਈ ਐਕਸਲਰੇਸ਼ਨ ਨਹੀਂ। this imply x is equal to ut and t ਦੀ ਵੈਲਿਊ ਅਸੀਂ ਨਿਕਾਲ ਲਈ x over u। this is a equation number 1। it is a time to cover that distance। ਆ distance ਨੂੰ ਕਵਰ ਕਰਨ ਦਾ ਅਸੀਂ ਟਾਈਮ ਨਿਕਾਲਿਆ, ਕਿੰਨਾ ਆਇਆ, x over u। ਆਈ ਥਿੰਕ ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਉਹ ਕਲੀਅਰ ਹੋ ਗਿਆ। ਇਹ ਇਕੁਏਸ਼ਨ ਨੰਬਰ ਜਿਹੜੀ 1 ਹੈ ਮੈਂ ਇੱਥੇ ਸਾਈਡ ਦੇ ਉੱਤੇ ਲਿਖ ਦੇਣਾ ਕਿਉਂਕਿ ਮੈਂ ਇਹਨੂੰ ਜਿਹੜਾ ਹੈ ਅੱਗੇ ਯੂਜ਼ ਕਰਨਾ ਹੈ। ਨਾਓ this is equation number 1। ਨਾਓ ਨੈਕਸਟ ਜਿਹੜਾ ਹੈ ਹੈਡਿੰਗ ਕਿਹੜਾ ਆਏਗਾ ਸਾਡੇ ਕੋਲ, ਮੋਸ਼ਨ along y axis। ਹੁਣ ਅਸੀਂ y axis ਵਾਲੇ ਪਾਸੇ ਜਿਹੜਾ ਹੈ ਮੋਸ਼ਨ ਨੂੰ ਅਸੀਂ ਸਟੱਡੀ ਕਰਦੇ ਹਾਂ। ਪਲੀਜ਼ ਟੈਲ what is the value of uy ਦੀ ਕਿੰਨੀ ਵੈਲਿਊ ਹੋਏਗੀ, ਇਨੀਸ਼ੀਅਲ ਵੈਲੋਸਿਟੀ along y axis। ਅਰੇ ਚਾਰਜ ਪਾਰਟੀਕਲ ਨੂੰ ਤੇ ਅਸੀਂ ਕਿੱਧਰ ਨੂੰ ਭੇਜਿਆ ਸੀ, x ਦੇ along ਦੇਖੋ ਭੇਜਿਆ। ਇਹ ਸਾਰੀ ਵੈਲੋਸਿਟੀ x ਦੇ along ਹੈ, ਅਸੀਂ ਉਹ y ਦੇ along ਤੇ ਆਪਾਂ ਫਾਇਰ ਹੀ ਨਹੀਂ ਕੀਤਾ। ਇਹਦਾ ਮਤਲਬ y ਦੇ along ਉਹਦੀ ਜਿਹੜੀ ਹੈ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੋਏਗੀ, 0 ਹੋਏਗੀ। ਨਾਓ what is the value of ey? ਇਲੈਕਟ੍ਰਿਕ ਫੀਲਡ along y axis, ਤੇ ਸਾਡਾ ਸਾਰਾ ਇਲੈਕਟ੍ਰਿਕ ਫੀਲਡ ਹੈ ਹੀ ਕਿੱਧਰ ਨੂੰ ਹੈ, along y axis। ey ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ, e। therefore force act ਕਰੇਗੀ along y axis, ਕਿੰਨੀ ਆਏਗੀ, Fy is equal to QE। ey ਦੀ ਵੈਲਿਊ ਅਸੀਂ ਪੁੱਟ ਕਰ ਦਿੱਤੀ, ਬਟ F ਕਿਹਦੇ ਇਕੁਅਲ ਹੁੰਦਾ ਹੈ, Ma। y ਇੱਥੇ ਪਾਵਾਂਗੇ, y ਇੱਥੇ ਪਾਉਂਦੇ ਆ, ਇਹਦਾ ਮਤਲਬ Fy ਦੀ ਜਗ੍ਹਾ ਦੇ ਉੱਤੇ ਸਾਡੇ ਕੋਲ ਕੀ ਆ ਜਾਏਗਾ,
MAY, ਇੱਥੇ ਅਸੀਂ ਇਹਦੀ ਵੈਲਿਊ ਪੁੱਟ ਕਰ ਦਾਂਗੇ MAY, ਸਾਡੇ ਕੋਲ ਕੀ ਆਏਗਾ MAY is equal to QE। this imply ਵਿੱਚੋਂ ਅਸੀਂ acceleration ਨਿਕਾਲਾਂਗੇ AY is equal to QE divided by M। ਹੁਣ ਤੁਸੀਂ ਨੋਟ ਕੀਤਾ ਕਿ ਸਾਡੇ ਕੋਲ acceleration ਚਾਰਜ ਪਾਰਟੀਕਲ ਵਿੱਚ ਪੈਦਾ ਹੋਣੀ ਹੈ। ਕਿਉਂ ਪੈਦਾ ਹੋਣੀ ਹੈ? ਕਿਉਂਕਿ ਅਸੀਂ y ਦੇ ਵਾਲੇ ਪਾਸੇ ਡਿਸਕਸ ਕਰ ਰਹੇ ਹਾਂ, ਤੇ y ਵਾਲੇ ਪਾਸੇ ਇਲੈਕਟ੍ਰਿਕ ਫੀਲਡ ਹੈਗਾ, ਤੇ ਇਲੈਕਟ੍ਰਿਕ ਫੀਲਡ ਕਰਕੇ ਫੋਰਸ ਐਕਟ ਹੋ ਗਈ, ਫੋਰਸ ਕਰਕੇ ਜਿਹੜੀ ਹੈ ਵਿੱਚ ਇੰਨੀ ਐਕਸਲਰੇਸ਼ਨ ਜਿਹੜੀ ਹੈ ਉਹ ਪ੍ਰੋਡਿਊਸ ਹੋ ਗਈ। ਕਿੰਨੀ ਐਕਸਲਰੇਸ਼ਨ ਹੈ? QE divided by M। ਨਾਓ ਇਸ ਤੋਂ ਬਾਅਦ we know that S is equal to UT plus half AT square, ਨਾਲ ਪੈਰ ਵਿੱਚ ਅਸੀਂ Y ਵੀ ਪਾਵਾਂਗੇ। Now what is S? Distance। ਹੁਣ ਕਿਹੜਾ ਡਿਸਟੈਂਸ ਲੈਣਾ ਹੈ? ਆ ਦੇਖੋ, ਜਿੰਨਾ ਚਿਰ ਇਲੈਕਟ੍ਰਿਕ ਫੀਲਡ ਦੇ ਅੰਡਰ ਚਾਰਜ ਪਾਰਟੀਕਲ ਉੱਪਰ ਜਾਂਦਾ ਗਿਆ ਤੇ ਇਹਨੇ ਦੇਖੋ ਕਿੰਨਾ ਡਿਸਟੈਂਸ ਕਵਰ ਕੀਤਾ ਅਲੋਂਗ y ਐਕਸਿਸ, ਐਵੇਂ ਸ਼ੋ ਕੀਤਾ y, ਭੇਜਿਆ ਇਧਰ ਨੂੰ ਸੀ, ਪਰ ਇਲੈਕਟ੍ਰਿਕ ਫੀਲਡ ਉੱਪਰ ਨੂੰ ਜਾਣਾ ਸ਼ੁਰੂ ਹੋ ਗਿਆ। ਜਿੰਨਾ ਚਿਰ ਇਲੈਕਟ੍ਰਿਕ ਫੀਲਡ ਦੇ ਅੰਡਰ ਹੈ ਉਹਨੇ y ਡਿਸਟੈਂਸ ਜਿਹੜਾ ਹੈ ਉਹ ਕਵਰ ਕਰ ਲਿਆ। ਇਹਦਾ ਮਤਲਬ s ਦੀ ਜਗ੍ਹਾ ਤੇ y। ਨਾਓ uy ਦੀ ਵੈਲਿਊ ਕਿੰਨੀ ਸੀ? ਇਨੀਸ਼ੀਅਲ ਵੈਲੋਸਿਟੀ ਅਲੋਂਗ y ਐਕਸਿਸ 0 ਪਲਸ ਹਾਫ, what is the value of ay? It is QE divided by M। now what is T? T is the time। ਇਹ ਟਾਈਮ ਦੋਨਾਂ ਵਾਸਤੇ ਸੇਮ ਹੈ। ਇਸੇ ਟਾਈਮ ਦੇ ਵਿੱਚ ਚਾਰਜ ਪਾਰਟੀਕਲ ਅੱਗੇ ਵੀ ਗਿਆ, ਇਸੇ ਟਾਈਮ 'ਚ ਚਾਰਜ ਪਾਰਟੀਕਲ ਨੇ ਐਸ ਡਿਸਟੈਂਸ ਕਵਰ ਕਰਨਾ ਹੈ, ਨਾਲ ਉਹਨੇ ਉੱਪਰ ਵੀ ਜਾਣਾ ਹੈ। ਇਟ ਵਿਲ ਗੋ ਲਾਈਕ ਦਿਸ, ਇਸ ਤਰ੍ਹਾਂ ਜਾਏਗਾ। x ਵੀ ਕਵਰ ਹੋਏਗਾ ਤੇ y ਵੀ ਕਵਰ ਹੋਏਗਾ, ਟਾਈਮ ਸੇਮ ਹੈ। ਇਹਦਾ ਮਤਲਬ ਇਹੀਓ ਟਾਈਮ ਅਸੀਂ ਇਹਦੀ ਜਗ੍ਹਾ ਤੇ ਅਸੀਂ ਜਿਹੜਾ ਹੈ ਇਹਨੂੰ ਯੂਜ਼ ਕਰਾਂਗੇ। t ਦੀ ਜਗ੍ਹਾ ਤੇ ਉੱਤੇ ਸਾਡੇ ਕੋਲ ਆ ਜਾਏਗਾ x by u, ਉਹਦਾ ਉੱਪਰ ਆ ਜਾਏਗਾ ਸਾਡੇ ਕੋਲ ਸਕੁਅਰ, ਤੇ ਅਸੀਂ ਇਹਨੂੰ ਜਿਹੜਾ ਹੈ ਫਰਦਰ ਥੋੜਾ ਜਿਹਾ ਅਸੀਂ ਸੋਲਵ ਕਰ ਲਈਏ। ਨਾਓ y equal to 0 ਛੱਡ ਦੋ, ਉੱਪਰ ਆ ਜਾਏਗਾ QE ਤੇ divided by 2m, ਨਾਲ ਆ ਗਿਆ ਸਾਡੇ ਕੋਲ u ਸਕੁਅਰ ਤੇ ਨਾਲ ਆ ਜਾਏਗਾ ਸਾਡੇ ਕੋਲ x ਸਕੁਅਰ। ਆਹ ਵਾਲੀ ਟਰਮ ਨੂੰ ਸਾਰੀ ਅਸੀਂ ਬ੍ਰੈਕਟ ਦੇ ਵਿੱਚ ਲਿਖ ਦਿੰਦੇ ਹਾਂ। ਦੇਖੋ ਧਿਆਨ ਨਾਲ, ਜਿਹੜੀ ਟਰਮ ਨੂੰ ਮੈਂ ਬ੍ਰੈਕਟ 'ਚ ਲਿਖਿਆ ਹੈ ਇਹਦਾ ਕੀ ਮਤਲਬ ਹੈ? ਚਾਰਜ ਕਾਂਸਟੈਂਟ ਜਿੰਨੀ ਵੈਲਿਊ ਹੈ, ਇਲੈਕਟ੍ਰਿਕ ਫੀਲਡ ਯੂਨੀਫਾਰਮ ਹੈ ਉਹ ਵੀ ਕਾਂਸਟੈਂਟ, 2 ਵੀ ਕਾਂਸਟੈਂਟ, ਮਾਸ ਆਫ ਚਾਰਜ ਪਾਰਟੀਕਲ ਉਹ ਵੀ ਕਾਂਸਟੈਂਟ, ਤੇ u ਇਨੀਸ਼ੀਅਲ ਵੈਲੋਸਿਟੀ ਜਿਹੜੀ ਹੈ ਮੈਂ ਪਿੱਛੇ ਪ੍ਰੂਵ ਕੀਤੀ ਸੀ ਕਿ ਇਨੀਸ਼ੀਅਲ ਵੈਲੋਸਿਟੀ ਲੌਂਗ x ਐਕਸਿਸ ਉਹ ਚੇਂਜ ਨਹੀਂ ਹੋਈ, ਕਿਉਂਕਿ ਜਿੰਨੀ u ਹੈ ਉਹੀ ਫਾਈਨਲ ਹੈ। ਮੈਂ ਪਿੱਛੇ ਲਿਖਿਆ ਸੀ ਯੂਨੀਫਾਰਮ ਮੋਸ਼ਨ ਹੈ, ਇਨੀਸ਼ੀਅਲ ਵੈਲੋਸਿਟੀ ਤੇ ਫਾਈਨਲ ਵੈਲੋਸਿਟੀ ਸੇਮ ਰਹਿੰਦੀ ਹੈ। ਇਹ ਸਾਰੀ ਚੀਜ਼ ਕਾਂਸਟੈਂਟ ਹੋਣ ਕਰਕੇ ਅਸੀਂ ਇਹਨੂੰ ਕੀ ਪੁੱਟ ਕਰ ਦਿੱਤਾ ਕਿ ਨਾਲ ਆ ਜਾਏਗਾ x ਸਕੁਅਰ। ਇਹਨੂੰ ਸਾਰੇ ਨੂੰ ਅਸੀਂ ਜਿਹੜਾ ਹੈ k ਪੁੱਟ ਕਰ ਦਿੱਤਾ, y is equal to kx square, and this is the equation। ਇਹ ਕਾਦੀ ਇਕੁਏਸ਼ਨ ਹੈ? this is the equation of parabola। ਇਹ ਸਾਡੀ ਜਿਹੜੀ ਹੈ ਪੈਰਾਬੋਲਾ ਦੀ ਇਕੁਏਸ਼ਨ ਹੁੰਦੀ ਹੈ, ਕੁਆਡ੍ਰੈਟਿਕ ਇਕੁਏਸ਼ਨ। ਇੱਕ ਪਾਸੇ ਸਿੰਗਲ ਪਾਵਰ, ਦੂਜੇ ਪਾਸੇ ਸਕੁਅਰ ਆਵੇ। ਇਟ ਇਜ਼ ਦਾ ਇਕੁਏਸ਼ਨ ਆਫ ਪੈਰਾਬੋਲਾ। ਇਟ ਮੀਨਸ ਕਿ ਜਦੋਂ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਅੰਡਰ ਹੋਏਗਾ ਤੇ ਉਹਦਾ ਜਿਹੜਾ ਪਾਥ ਹੈ ਇਟ ਵਿਲ ਬੀ ਅ ਪੈਰਾਬੋਲਾ। ਇਹ ਕੁਐਸਚਨ ਹੈ ਸਾਡਾ ਅੱਜ। ਇਹ ਕੁਐਸਚਨ ਪੇਪਰ ਵਿੱਚ ਕਿਸ ਤਰ੍ਹਾਂ ਆਉਂਦਾ ਹੈ ਇਹਨੂੰ ਧਿਆਨ ਨਾਲ ਸੁਣੋ। show that when a charged particle enters in a direction perpendicular to the uniform electric field, मैं starting ਤੇ ਵੀ ਕਹਿ ਗਿਆ ਸੀ, show that when a charged particle entered in a direction perpendicular to the uniform electric field, then the path followed by the charged particle is parabolic in nature। ਉਹ ਪਾਥ ਜਿਹੜਾ ਹੈ ਪੈਰਾਬੋਲਿਕ ਨੇਚਰ ਹੈ।
ਆ ਇਕੁਏਸ਼ਨ ਤੁਸੀਂ ਜੇ ਪ੍ਰੂਵ ਕਰ ਦੋਗੇ ਸਾਨੂੰ ਪਤਾ ਲੱਗ ਜਾਏਗਾ ਕਿ ਉਹਦਾ ਜਿਹੜਾ ਪਾਥ ਹੈ ਇਟ ਇਜ਼ ਪੈਰਾਬੋਲਾ। ਹੁਣ ਇਹ ਯਾਦ ਰੱਖ ਲਓ ਰਿਜ਼ਲਟ ਪਹਿਲਾ, ਜੇ ਤੇ ਚਾਰਜ ਪਾਰਟੀਕਲ ਤੁਸੀਂ ਐਂਟਰ ਕਰਵਾਉਂਦੇ ਜੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਅਲੋਂਗ, ਮੰਨ ਲਓ ਵੀ ਆਹ ਇਲੈਕਟ੍ਰਿਕ ਫੀਲਡ ਹੈ ਤੇ ਚਾਰਜ ਪਾਰਟੀਕਲ ਨੂੰ ਵੀ ਇਧਰ ਨੂੰ ਹੀ ਐਂਟਰ ਕਰਵਾਤਾ। ਸਾਡਾ ਚਾਰਜ ਪਾਰਟੀਕਲ ਵੈਲੋਸਿਟੀ u ਇਲੈਕਟ੍ਰਿਕ ਫੀਲਡ ਦੇ ਅਲੋਂਗ, ਇੱਥੇ ਇਲੈਕਟ੍ਰਿਕ ਫੀਲਡ ਇੱਧਰ ਸੀ ਤੇ ਚਾਰਜ ਪਾਰਟੀਕਲ ਪਰਪੈਂਡੀਕੂਲਰ ਸੀ। ਤੇ ਜੇ ਇਲੈਕਟ੍ਰਿਕ ਫੀਲਡ ਦੇ ਅਸੀਂ ਅਲੋਂਗ ਐਂਟਰ ਕਰਵਾਉਂਦੇ ਆ ਤੇ ਪਾਥ ਸਾਡਾ ਜਿਹੜਾ ਆਏਗਾ ਨਾ ਉਹ ਯਾਦ ਰੱਖਣਾ ਹੈ ਇਟ ਵਿਲ ਫਾਲੋ ਸਟ੍ਰੇਟ ਪਾਥ। ਉਹ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਅਲੋਂਗ ਹੈ ਤੇ ਪਾਥ ਉਹਦਾ ਆਏਗਾ ਸਟ੍ਰੇਟ। ਤੇ ਜੇ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਐਂਟਰ ਕਰਦਾ ਹੈ ਫਿਰ ਜਿਹੜਾ ਉਹਦਾ ਜਿਹੜਾ ਪਾਥ ਆਏਗਾ that will be parabolic in nature। ਤੇ ਜੇ ਆ ਚਾਰਜ ਪਾਰਟੀਕਲ ਮੰਨ ਲਓ ਨੈਗੇਟਿਵ ਹੈ ਫਿਰ ਕੀ ਹੋਏਗਾ, ਇਲੈਕਟ੍ਰਿਕ ਫੀਲਡ ਇਧਰ ਨੂੰ ਹੈ ਤੇ ਚਾਰਜ ਪਾਰਟੀਕਲ ਜਿਹੜਾ ਹੈ ਉਹਦੇ ਆਪੋਜੀਟ ਮੂਵ ਕਰਨਾ ਸ਼ੁਰੂ ਕਰ ਦੇਗਾ, ਪਰ ਪਾਥ ਉਹਦਾ ਫਿਰ ਵੀ ਸਟ੍ਰੇਟ ਹੀ ਆਏਗਾ। ਇਹ ਚੀਜ਼ ਤੁਹਾਨੂੰ ਬੇਟਾ ਕਲੀਅਰ ਹੋਣੀ ਚਾਹੀਦੀ ਹੈ। ਆਈ ਥਿੰਕ ਤੁਹਾਨੂੰ ਅੱਜ ਦਾ ਜਿਹੜਾ ਆਰਟੀਕਲ ਹੈ ਉਹ ਕਲੀਅਰ ਹੋ ਗਿਆ। ਨੈਕਸਟ ਆਰਟੀਕਲ ਦੇ ਵਿੱਚ ਬੇਟਾ ਅਸੀਂ ਸਟੱਡੀ ਕਰਨਾ ਹੈ। ਹੁਣ ਅਸੀਂ ਇਲੈਕਟ੍ਰਿਕ ਫੀਲਡ ਅੰਡਰ ਐਂਟਰ ਕਰਵਾਇਆ, ਹੁਣ ਅਸੀਂ ਨੈਕਸਟ ਆਰਟੀਕਲ ਵਿੱਚ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਅੰਦਰ ਐਂਟਰ ਕਰਾਵਾਂਗੇ ਤੇ ਤੁਸੀਂ ਦੇਖੋਗੇ ਉਹਦਾ ਪਾਥ ਕਿਸ ਤਰ੍ਹਾਂ ਦਾ ਆਏਗਾ, ਜਾਂ ਤੇ ਆਏਗਾ ਸਰਕੂਲਰ ਜਾਂ ਆਏਗਾ ਸਾਡੇ ਕੋਲ ਹੈਲੀਕਲ ਪਾਥ। ਇਹਨੂੰ ਹਾਲੇ ਵੀ ਨੋਟ ਕਰ ਲਓ, ਜੇ ਤੇ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਐਂਟਰ ਕਰੇਗਾ, ਇਹਨੂੰ ਨੋਟ ਕਰ ਲਓ ਕਾਪੀ ਉੱਪਰ, ਜੇ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਐਂਟਰ ਕਰੇਗਾ ਉਥੇ ਪਾਥ ਉਹਦਾ ਸਰਕੂਲਰ ਆਏਗਾ। ਤੇ ਜੇ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਐਟ ਐਨੀ ਐਂਗਲ ਤੇ ਮੂਵ ਕਰੇਗਾ 30 ਡਿਗਰੀ 20 ਡਿਗਰੀ 90 ਤੋਂ ਘੱਟ, then its path will be helical. I will discuss this concept in the next lecture. Thank you.